परम सत्कारयोग साध संगत जी, रसना पवित्र कर लीए ते आखिए धन श्री सतगुरु जगजीत सिंह जी, धन माता चंद कौर जी, धन श्री सतगुरु उदय सिंह जी। साध संगत जी, अज दी साखी माता चंद कौर जी नाल संबंधित है। ਇਹ ਸਾਖੀ ਦੱਸਦੇ ਹਨ ਹਰਭਜਨ ਕੌਰ ਚਾਨਾ ਯੂਕੇ ਵਾਲੇ। ਮਾਤਾ ਜੀ ਦਾ ਸਭ ਨਾਲ ਪਿਆਰ ਸੀ ਅਤੇ ਇਹ ਸਭ ਦਾ ਖਿਆਲ ਰੱਖਦੇ ਅਤੇ ਹਰ ਤਰ੍ਹਾਂ ਦੀ ਸਿੱਖਿਆ ਦਿੰਦੇ ਜਿਸ ਨਾਲ ਜੀਵਨ ਵਿੱਚ ਜੀਣ ਦੀ ਚੰਗੀ ਜਾਚ ਆਉਂਦੀ ਤੇ ਸੁੱਖ ਮਿਲਦਾ। 2010 ਈਸਵੀ ਦੇ ਮੇਲੇ ਤੋਂ ਬਾਅਦ ਹਰਭਜਨ ਕੌਰ ਚਾਨਾ ਜੀ ਦੱਸਦੇ ਹਨ ਕਿ ਮੇਲੇ ਤੋਂ ਬਾਅਦ ਅਸੀਂ ਮਾਤਾ ਜੀ ਦੀ ਕੋਠੀ ਮਾਤਾ ਜੀ ਦੇ ਦਰਸ਼ਨ ਕਰਨ ਗਏ, ਕਿਉਂਕਿ ਉਸ ਸਮੇਂ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਕਰਕੇ ਸਾਨੂੰ ਢਿੱਲੇ ਲੱਗਦੇ ਸਨ। ਇਸ ਕਾਰਨ ਸੰਗਤ ਹਰ ਕੋਈ ਆਪਣਾ ਦੁੱਖ ਮਾਤਾ ਜੀ ਕੋਲ ਆ ਕੇ ਦੱਸਦੀ ਸੀ। ਚਾਨਾ ਜੀ ਯਾਨੀ ਮੇਰੇ ਪਤੀ ਸੂਬਾ ਕੁਲਦੀਪ ਸਿੰਘ ਜੀ ਚਾਨਾ ਤੇ ਮੈਂ ਜਦ ਕੋਠੀ ਗਏ ਤਾਂ ਮਾਤਾ ਜੀ ਕੋਲ ਇੱਕ ਪਰਿਵਾਰ ਆਇਆ ਜੋ ਕਿ ਆਪਣੀ ਬੇਟੀ ਵੱਲੋਂ ਬਹੁਤ ਜ਼ਿਆਦਾ ਦੁਖੀ ਸੀ। ਉਹ ਆਪਣੀ ਦੁੱਖ ਦੀਆਂ ਗੱਲਾਂ ਕਰ ਰਿਹਾ ਸੀ। ਜਦੋਂ ਆਪਣਾ ਦੁੱਖ ਦੱਸ ਕੇ ਚਲੇ ਗਏ ਤਾਂ ਗੱਲਾਂ ਸ਼ੁਰੂ ਹੋਈਆਂ ਕਿ ਨਾਮਧਾਰੀਆਂ ਦੀਆਂ ਲੜਕੀਆਂ ਦੂਸਰਿਆਂ ਦੇ ਘਰ ਜਾਂਦੀਆਂ ਹਨ ਤਾਂ ਮਰਿਆਦਾ ਦੀ ਬਹੁਤ ਮੁਸ਼ਕਿਲ ਆ ਜਾਂਦੀ ਹੈ। ਜੇਕਰ ਦੂਜਿਆਂ ਦੀ ਬੇਟੀਆਂ ਨਾਮਧਾਰੀਆਂ ਦੇ ਨਾਲ ਸੰਜੋਗ ਹੋ ਜਾਏ, ਉਸ ਵਿੱਚ ਵੀ ਜ਼ਰੂਰ ਕੋਈ ਮੁਸ਼ਕਿਲ ਆਉਂਦੀ ਹੀ ਹੋਵੇਗੀ। ਇਸ ਬਾਰੇ ਸਾਰਿਆਂ ਨੇ ਆਪਣੇ ਆਪਣੇ ਖਿਆਲ ਦੱਸੇ, ਪਰ ਮਾਤਾ ਜੀ ਨੇ ਬਚਨ ਕੀਤਾ, ਇਹ ਆਪਣੇ ਵਾਸ ਕੁਛ ਨਹੀਂ ਹੁੰਦਾ, ਇਹ ਤੇ ਸੰਜੋਗਾਂ ਦੀ ਗੱਲ ਹੁੰਦੀ ਹੈ। ਜਿੱਥੇ ਸੰਜੋਗ ਹੁੰਦੇ ਨੇ ਉੱਥੇ ਹੀ ਵਿਆਹ ਹੁੰਦਾ ਹੈ। ਕੋਈ ਕੀ ਕਰ ਸਕਦਾ ਹੈ। ਜਿੰਨੇ ਸਰੀਰ ਬੈਠੇ ਸੀ ਸਭ ਨੇ ਆਪਣੇ ਆਪਣੀ ਸਲਾਹ ਦੱਸਣੀ ਸ਼ੁਰੂ ਕਰ ਦਿੱਤੀ। ਜਦ ਸਾਰੇ ਚਲੇ ਗਏ ਤਾਂ ਮੈਂ ਹੱਸ ਕੇ ਮਾਤਾ ਜੀ ਨੂੰ ਅਰਜ਼ ਕੀਤੀ, ਆਪ ਜੀ ਵੀ ਸਾਨੂੰ ਆਪਣੀ ਪਹਿਲੀ ਕੋਈ ਗੱਲ ਸੁਣਾਓ। ਬਚਪਨ ਕਿੱਦਾਂ ਬੀਤਿਆ ਸੀ। ਬਚਨ ਕੀਤਾ, ਜਦ ਮੇਰੇ ਕੋਲ ਸਮਾਂ ਹੋਵੇਗਾ ਤਾਂ ਦੱਸਾਂਗੀ। ਕੁਝ ਸਮਾਂ ਬਾਅਦ ਕੋਠੀ ਗਏ ਤਾਂ ਮਾਤਾ ਜੀ ਸਤਿਗੁਰਾਂ ਦੀ ਕੋਠੀ ਵੱਲ ਚੱਲੇ ਸੀ। ਹੁਕਮ ਹੋਇਆ, ਤੂੰ ਵੀ ਆ ਜਾ, ਉੱਥੇ ਬਹੁਤ ਸੰਗਤ ਨਹੀਂ ਹੁੰਦੀ। ਜਦ ਉੱਥੇ ਗਏ ਤਾਂ ਮਾਤਾ ਜੀ ਸਤਿਗੁਰਾਂ ਦੀ ਕੋਠੀ ਅੰਦਰ ਵੜਦਿਆਂ ਹੀ ਜੋ ਕਮਰਾ ਪਹਿਲਾ ਹੈ ਉੱਥੇ ਸਾਨੂੰ ਹੁਕਮ ਕੀਤਾ, ਬੈਠ ਜਾਓ। ਕੁਝ ਸਮੇਂ ਬਾਅਦ ਆਖਣ ਲੱਗੇ, ਸਤਿਗੁਰਾਂ ਦੇ ਦਰਸ਼ਨ ਕਰਨੇ ਹਨ ਤਾਂ ਘਰ ਆਓ। ਉਸ ਤੋਂ ਬਾਅਦ ਮਾਤਾ ਜੀ ਸਾਡੇ ਕੋਲ ਬੈਠ ਗਏ। ਬਚਨ ਕੀਤਾ, ਜੋ ਉਸ ਦਿਨ ਪੁੱਛਦੀ ਸੀ ਹੁਣ ਸੁਣ। ਮੈਂ ਅਰਜ਼ ਕੀਤੀ, ਮਾਤਾ ਜੀ ਮੇਰਾ ਦਿਲ ਕਰਦਾ ਹੈ ਤੁਸੀਂ ਸੁਣਾਓ, ਆਪ ਜੀ ਦਾ ਬਚਪਨ ਕਿਸ ਤਰ੍ਹਾਂ ਦਾ ਸੀ। ਮਾਤਾ ਜੀ ਬਚਨ ਕੀਤਾ, ਮੇਰਾ ਬਚਪਨ ਕਿਵੇਂ ਸੀ, ਲੈ ਸੁਣ। ਮੇਰੇ ਪਿਤਾ ਜੀ ਨਾਮਧਾਰੀ ਨਹੀਂ ਸਨ, ਪਰ ਮੇਰੇ ਨਾਨਕੇ ਪਰਿਵਾਰ ਦਾ ਘਰ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸ਼ਰਧਾਲੂ ਸਨ। ਨਾਨਾ ਮੰਨਾ ਸਿੰਘ ਅਤੇ ਨਾਨੀ ਦਇਆ ਕੌਰ ਜੀ। ਉਹਨਾਂ ਕੋਲ ਮੇਰਾ ਬਚਪਨ ਦਾ ਸਮਾਂ ਸਾਰਾ ਬੀਤਿਆ। ਮੈਨੂੰ ਨਾਨਕਿਆਂ ਨਾਲ ਬਹੁਤ ਜ਼ਿਆਦਾ ਪਿਆਰ ਸੀ। ਮੇਰਾ ਪਹਿਲਾ ਨਾਮ ਕਰਤਾਰ ਕੌਰ ਸੀ। ਮਾਤਾ ਜੀ ਕਿਰਪਾ ਕੀਤੀ, ਦੱਸਿਆ, ਮੈਂ ਨਾਨਕੇ ਘਰ ਰਹੀ। ਉੱਥੇ ਪਰਿਵਾਰ ਵੱਡਾ ਸੀ ਅਤੇ ਸੇਵਾ ਭਾਵ ਵਾਲਾ ਸੀ। ਉੱਥੇ ਮੈਨੂੰ ਸਭ ਦੀ ਸੇਵਾ ਕਰਨੀ ਬਹੁਤ ਜ਼ਿਆਦਾ ਚੰਗੀ ਲੱਗਦੀ ਸੀ। ਇੱਕ ਵਾਰ ਮੈਨੂੰ ਮੇਰੀ ਮਾਤਾ ਸਮਾ ਕੌਰ ਜੀ ਦੇ ਮਾਮਾ ਜੀ ਸੂਬਾ ਇੰਦਰ ਸਿੰਘ ਜੀ ਮੈਨੂੰ ਆਪਣੇ ਨਾਲ ਸ਼੍ਰੀ ਭੈਣੀ ਸਾਹਿਬ ਪ੍ਰਯੋਗਾਂ ਦੇ ਮੇਲੇ 'ਤੇ ਨਾਲ ਲੈ ਗਏ। ਉੱਥੇ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸੇਵਾ ਦਾ ਹੁਕਮ ਲਾ ਦਿੱਤਾ ਅਤੇ ਮੈਂ ਵੀ ਸਾਧਾ ਦੀ ਸੇਵਾ ਵੱਲ ਲੱਗ ਗਈ। ਸੇਵਾ ਤੋਂ ਖੁਸ਼ ਹੋ ਕੇ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ ਕਿ ਇਹ ਗੁਰੂ ਘਰ ਦੀ ਸੇਵਾ ਬਹੁਤ ਸੋਹਣੀ ਕਰਦੀ ਹੈ ਅਤੇ ਆਪਣੇ ਵੱਡੇ ਸਾਹਿਬਜ਼ਾਦੇ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਸੰਜੋਗ ਬਣਾ ਦਿੱਤਾ ਅਤੇ ਨਾਮ ਚੰਦ ਕੌਰ ਰੱਖਿਆ। ਉਹਨਾਂ ਦੀ ਕਿਰਪਾ ਹੈ ਜਿਸ ਕਾਰਨ ਇਹ ਸੇਵਾ ਮੇਰੇ ਪੱਲੇ ਸਤਿਗੁਰਾਂ ਪਾਈ ਹੈ। ਮੈਨੂੰ ਸਾਧ ਸੰਗਤ ਦੀ ਸੇਵਾ ਦਾ ਸਮਾਂ ਮਿਲਿਆ। ਇਹ ਸਭ ਪਿਛਲੇ ਹੀ ਸੰਜੋਗ ਹੁੰਦੇ ਹਨ। ਕਰਮਾਂ ਨਾਲ ਹੀ ਸਭ ਕੁਝ ਮਿਲਦਾ ਹੈ। ਤੁਸੀਂ ਵੀ ਸੇਵਾ ਕਰੋ, ਇਸ ਮਾਨਸ ਜਨਮ ਦਾ ਲਾਭ ਲਵੋ। ਧੰਨ ਮਾਤਾ ਚੰਦ ਕੌਰ ਜੀ ਜੋ ਹਰ ਸਮੇਂ ਸਾਨੂੰ ਸਿੱਧਾ ਹੀ ਰਾਹ ਦੱਸਦੇ ਸਨ। ਸਾਧ ਸੰਗਤ ਜੀ, ਇਹ ਮੈਂ ਬੜੇ ਥੋੜ੍ਹੇ ਸ਼ਬਦਾਂ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਇਤਿਹਾਸ ਬੜੀ ਵੱਡੀ ਕਥਾ ਹੈ, ਜਿਸ ਲਈ ਮੈਂ ਮਾਤਾ ਜੀ ਦੇ ਪਿੱਛੇ ਪਿੱਛੇ ਬਹੁਤ ਸਮਾਂ ਫਿਰਦੀ ਰਹੀ
ਕਿਉਂਕਿ ਮੈਨੂੰ ਸ਼ੌਕ ਸੀ ਉਹਨਾਂ ਕੋਲੋਂ ਇਹ ਸੁਨਹਿਰੀ ਕਥਾ ਸੁਣਾ। ਪਰ ਮਾਤਾ ਜੀ ਨੂੰ ਸੇਵਾ ਵਿੱਚੋਂ ਸਮਾਂ ਨਹੀਂ ਸੀ ਮਿਲਦਾ। ਇਸ ਨਾਲ ਕਈ ਵਾਰ ਮਾਤਾ ਜੀ ਦੀ ਉਹ ਮੁਸਕਾਨ ਦੇਖਣੇ ਨੂੰ ਮਿਲਦੀ ਸੀ ਜੋ ਅੱਜ ਕਿਸੇ ਵੀ ਕੀਮਤ 'ਤੇ ਨਹੀਂ ਮਿਲਣੀ। ਮਾਤਾ ਦੇ ਕਮਰੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ। ਸੂਬਾ ਜੀ ਤੇ ਮੈਂ ਅਸੀਂ ਦੋਵੇਂ ਮਾਤਾ ਜੀ ਦੇ ਦਰਸ਼ਨ ਕਰਨ ਪਹੁੰਚੇ। ਮਾਤਾ ਜੀ ਬਚਨ ਕੀਤਾ, ਆਓ ਤੁਸੀਂ ਵੀ ਇੱਥੇ ਬੈਠੋ। ਬੈਠਦਿਆਂ ਹੀ ਮੈਂ ਚਰਨਾਂ 'ਤੇ ਨਮਸਕਾਰ ਕੀਤੀ ਤਾਂ ਵੇਖਿਆ ਮਾਤਾ ਜੀ ਦੇ ਇੱਕ ਚਰਨ 'ਤੇ ਕਾਫੀ ਸੋਜ ਆਈ ਹੋਈ ਸੀ। ਮੈਂ ਅਰਜ਼ ਕੀਤੀ, ਮਾਤਾ ਜੀ ਆਪ ਜੀ ਦੇ ਚਰਨ 'ਤੇ ਬਹੁਤ ਸੋਜ ਆਈ ਹੋਈ ਹੈ। ਮਾਤਾ ਜੀ ਬਚਨ ਕੀਤਾ, ਹਾਂ ਮੈਂ ਡਿੱਗ ਪਈ ਸੀ, ਉਸ ਨਾਲ ਸੋਜ ਪੈ ਗਈ। ਮੈਂ ਹੱਥ ਜੋੜ ਕੇ ਅਰਜ਼ ਕੀਤੀ, ਮਾਤਾ ਜੀ ਫਿਰ ਆਪ ਜੀ ਨੇ ਡਾਕਟਰ ਨੂੰ ਦਿਖਾਉਣਾ ਸੀ। ਬਚਨ ਕੀਤਾ, ਉਹਨਾਂ ਨੂੰ ਇਸ ਦਾ ਕੀ ਦਿਖਾਉਣਾ ਸੀ, ਆਪੇ ਠੀਕ ਹੋ ਜਾਵੇਗਾ। ਮੈਂ ਫਿਰ ਅਰਜ਼ ਕੀਤੀ, ਮਾਤਾ ਜੀ ਮੇਲੇ ਵਿੱਚ ਆਪ ਜੀ ਨੇ ਤਾਂ ਬਹੁਤ ਕੰਮ ਕਰਨੇ ਹਨ। ਮਾਤਾ ਜੀ ਇਹ ਸੁਣ ਕੇ ਹੱਸ ਪਏ। ਬਚਨ ਕੀਤਾ, ਇਸ ਨੇ ਆਪਣਾ ਕੰਮ ਕਰੀ ਜਾਣਾ ਹੈ, ਮੈਂ ਆਪਣਾ ਕਰੀ ਜਾਣਾ ਹੈ। ਬੀਬੀ ਤੂੰ ਤਾਂ ਬਹੁਤ ਫਿਕਰ ਵਿੱਚ ਪੈ ਗਈ ਹੈ। ਇਹ ਕੋਈ ਫਿਕਰ ਵਾਲੀ ਗੱਲ ਨਹੀਂ, ਇਹ ਸਰੀਰ ਜਿੰਨੀ ਵੀ ਸੇਵਾ ਕਰੇ ਚੰਗਾ ਰਹਿੰਦਾ ਹੈ। ਇਹ ਮਾਤਾ ਜੀ ਸਨ ਚੰਦ ਕੌਰ, ਜਿਨ੍ਹਾਂ ਨੇ ਸੇਵਾ ਇੱਕ ਆਪਣਾ ਸ਼ਿੰਗਾਰ ਬਣਾਇਆ ਹੋਇਆ ਸੀ। 2016 ਈਸਵੀ ਹੋਲੇ ਮਹੱਲੇ ਦੇ ਮੇਲੇ 'ਤੇ ਜਾਣ ਦਾ ਮੌਕਾ ਮਿਲਿਆ। ਮਾਤਾ ਜੀ ਦੇ ਦਰਸ਼ਨ ਲੰਗਰ ਵਿੱਚ ਹੋਏ। ਨਮਸਕਾਰ ਕੀਤੀ ਤਾਂ ਵੇਖਿਆ ਮਾਤਾ ਜੀ ਜਿਹੜੇ ਬਸਤਰ ਪਾਏ ਹੋਏ ਸੀ ਉਹ ਕਾਫੀ ਮਸਤਾਨੇ ਹੋਏ ਸੀ। ਸ਼ਾਮ ਨੂੰ ਮਾਤਾ ਜੀ ਦੇ ਦਰਸ਼ਨ ਕਰਨ ਕੋਠੀ ਗਏ। ਮਾਤਾ ਜੀ ਬਚਨ ਕੀਤਾ, ਦੁੱਧ ਪੀਓ। ਦੁੱਧ ਪੀਣ ਤੋਂ ਬਾਅਦ ਮੈਂ ਹੱਸ ਕੇ ਅਰਜ਼ ਕੀਤੀ, ਮਾਤਾ ਜੀ ਬੇਨਤੀ ਹੈ। ਬਚਨ ਹੋਇਆ, ਕੀ ਦੱਸ। ਮੈਂ ਆਖਿਆ, ਆਪ ਜੀ ਇਤਨੇ ਫੈਸ਼ਨ ਵਾਲੇ ਬਸਤਰ ਨਾ ਪਾਇਆ ਕਰੋ। ਅੱਜ ਕੱਲ੍ਹ ਕੱਪੜੇ ਮਿਲਦੇ ਹਨ ਜਿਹੜੇ ਪਾੜਿਓ ਹੁੰਦੇ ਹਨ, ਉਹ ਬਹੁਤ ਜਿਹੜੇ ਪਾਟੇ ਹੁੰਦੇ ਹਨ ਮਤਲਬ ਉਹ ਬਹੁਤ ਫੈਸ਼ਨ ਵਿੱਚ ਹਨ ਅੱਜ ਕੱਲ੍ਹ ਅਤੇ ਮਹਿੰਗੇ ਵੀ ਬਹੁਤ ਹਨ। ਮਾਤਾ ਜੀ ਹੱਸ ਪਏ। ਬਚਨ ਕੀਤਾ, ਮੈਨੂੰ ਪਤਾ ਤੂੰ ਕੀ ਆਖਣਾ ਚਾਹੁੰਦੀ ਹੈ। ਜੇ ਕੱਪੜੇ ਸੋਹਣੇ ਪਾ ਲਈਏ ਤਾਂ ਸੇਵਾ ਨਹੀਂ ਹੁੰਦੀ, ਬੰਦਾ ਕੱਪੜੇ ਹੀ ਸੰਭਾਲਦਾ ਰਹਿੰਦਾ ਹੈ। ਤੁਸੀਂ ਸਤਿਗੁਰਾਂ ਦੇ ਦਰਸ਼ਨ ਕਰੋ ਅਤੇ ਮੇਲਾ ਵੇਖੋ, ਦੂਰੋਂ ਆਉਂਦੇ ਹੋ। ਮਾਤਾ ਜੀ ਨੇ ਹਮੇਸ਼ਾ ਸਾਦਗੀ ਦਾ ਬਾਣਾ ਪਾਇਆ। ਸਾਨੂੰ ਇਹ ਸਮਝਾਇਆ, ਸੁੱਖ ਸੇਵਾ ਤੇ ਸਾਦਗੀ ਵਿੱਚ ਹੀ ਹੈ। ਇੱਕ ਵਾਰ ਲੰਡਨ ਦੇ ਦੌਰੇ ਸਮੇਂ ਮਾਤਾ ਜੀ ਘਰ ਚਰਨ ਪਾਏ। ਗੁਰਤੇਜਪਾਲ ਸਿੰਘ ਤੇ ਸੁਖਵਿੰਦਰ ਸਿੰਘ ਬੇਟੇ ਹਾਲੇ ਆਪਣੀ ਪੜ੍ਹਾਈ ਕਰਦੇ ਸਨ। ਉਹ ਮਾਤਾ ਜੀ ਦੇ ਘਰ ਚਰਨ ਪਾਉਣ ਆਇਆ ਤੇ ਇਤਨੇ ਖੁਸ਼ ਸਨ ਕਿ ਜਿੱਥੇ ਵੀ ਮਾਤਾ ਜੀ ਜਾਂਦੇ ਹਰ ਪਾਸੇ ਮਾਤਾ ਜੀ ਦੀ ਫੋਟੋ ਖਿੱਚੀ ਜਾਣ। ਮਾਤਾ ਜੀ ਹੱਸ ਕੇ ਬਚਨ ਕੀਤਾ, ਅੱਗੇ ਤੁਸੀਂ ਬਥੇਰੀਆਂ ਫੋਟੋਆਂ ਖਿੱਚੀਆਂ ਹੋਈਆਂ ਹਨ, ਉਹ ਬਹੁਤ ਹਨ, ਹੋਰ ਕੀ ਕਰਨੀਆਂ ਨੇ। ਪਰ ਉਹਨਾਂ ਦਾ ਬਚਪਨ, ਉਹ ਇਸ ਦਾ ਭਾਵ ਨਾ ਸਮਝ ਸਕੇ ਅਤੇ ਚੋਰੀ ਚੋਰੀ ਖਿੱਚੀ ਗਏ ਅਤੇ ਬੜੇ ਹੀ ਖੁਸ਼ ਸਨ। ਮਾਤਾ ਜੀ ਦੇ ਦੌਰੇ ਤੋਂ ਬਾਅਦ ਆਖਣ ਲੱਗੇ, ਅਸੀਂ ਮਾਤਾ ਜੀ ਦੀਆਂ ਬਹੁਤ ਸੋਹਣੀਆਂ ਫੋਟੋਆਂ ਖਿੱਚੀਆਂ ਹਨ। ਜਦ ਰੀਲ ਤੋਂ ਆਵਾਂਗੇ ਉਦੋਂ ਵੇਖਿਓ। ਉਹਨਾਂ ਜਦ ਰੀਲ ਤੋਂ ਆਈ ਤਾਂ ਵੇਖਿਆ ਉਹਨਾਂ ਵਿੱਚੋਂ ਕੋਈ ਵੀ ਫੋਟੋ ਆਈ ਨਹੀਂ। ਫਿਰ ਸਮਝ ਪੈ ਗਈ ਕਿ ਮਾਤਾ ਜੀ ਬਚਨ ਕੀਤਾ ਸੀ ਨਾ ਖਿੱਚੋ। ਇਸੇ ਤਰ੍ਹਾਂ ਹੋਰ ਕਈਆਂ ਨਾਲ ਇਹੋ ਜਿਹੇ ਬਚਨ ਹੋਏ ਤਾਂ ਉਹਨਾਂ ਨਾਲ ਵੀ ਇਸੇ ਤਰ੍ਹਾਂ ਹੋਈ। ਮਾਤਾ ਜੀ ਦੇ ਬਚਨ ਅਟਲ ਸਨ। ਮਾਤਾ ਜੀ ਸਭ ਦਾ ਧਿਆਨ ਰੱਖਦੇ ਸਨ। ਇੱਕ ਵਾਰ ਕੀਨੀਆ ਨੈਰੋਬੀ ਦੇ ਦੌਰੇ ਸਮੇਂ ਸਤਿਗੁਰਾਂ ਦਾ ਡੇਰਾ ਸਰਵਨ ਸਿੰਘ ਸੋਖੀ ਦੇ ਘਰ ਸੀ। ਉੱਥੇ ਬੀਬੀਆਂ ਨਾਮਧਾਰੀ ਮਰਿਆਦਾ ਦੇ ਕੱਪੜੇ ਸੀਣੇ ਤੇ ਕੱਟਣੇ ਸਿੱਖਦੀਆਂ ਸਨ। ਉੱਥੇ ਹੀ ਸਾਡੇ ਭੈਣ ਜੀ ਕਿਰਪਾਲ ਕੌਰ ਭਮਰਾ ਰਹਿੰਦੇ ਸੀ। ਬੀਬੀਆਂ ਨੇ ਕੁਝ ਕੱਪੜੇ ਕੱਟ ਕੇ ਬਚੀਆਂ ਹੋਈਆਂ ਕਾਤਰਾਂ ਇੱਕ ਪਾਸੇ ਕਰ ਦਿੱਤੀਆਂ ਸੀ ਕਿ ਜਦ ਉੱਠਾਂਗੇ ਤਾਂ ਸੁੱਟ ਦੇਵਾਂਗੇ। ਉਸੇ ਕਮਰੇ ਵਿੱਚ ਮਾਤਾ ਜੀ ਆ ਦਰਸ਼ਨ ਦਿੱਤੇ। ਮਾਤਾ ਜੀ ਆਉਂਦਿਆਂ ਹੀ ਵੇਖਿਆ ਕਿ ਇੱਕ ਪਾਸੇ ਕੱਪੜਿਆਂ ਦੀਆਂ ਕਾਤਰਾਂ ਕੱਟੀਆਂ ਪਈਆਂ ਹੋਈਆਂ ਹਨ। ਮਾਤਾ ਜੀ ਬਚਨ ਕੀਤਾ, ਇਹ ਕੀ ਹੈ। ਬੀਬੀਆਂ ਆਖਿਆ, ਮਾਤਾ ਜੀ ਕੱਪੜਿਆਂ ਦੀਆਂ ਕੱਟੀਆਂ ਕਾਤਰਾਂ ਹਨ। ਮਾਤਾ ਜੀ ਬਚਨ ਕੀਤਾ, ਤੁਸੀਂ ਐਦਾਂ ਨਾ ਕਰੋ, ਇਹ ਸਾਰੀਆਂ ਕਾਤਰਾਂ ਚੁੱਕੋ ਅਤੇ ਨਾੜੇ ਸੀਓ, ਕੰਮ ਆਉਣਗੇ। ਇਹ ਮਾਤਾ ਜੀ ਦੀ ਕਿਸੇ ਵੀ ਨਿਗੁਣੀ ਵਸਤੂ ਦੀ ਸੁਚੱਜੀ ਵਰਤੋਂ ਕਰਨ ਦੀ ਜੁਗਤ ਸੀ। ਇਸ ਮਾਤਾ ਦਾ ਸਭ ਨਾਲ ਬੜਾ ਪਿਆਰ ਸੀ ਅਤੇ ਇਹ ਸਭ ਦਾ ਖਿਆਲ ਰੱਖਦੇ ਅਤੇ ਹਰ ਤਰ੍ਹਾਂ ਦੀ ਸਿੱਖਿਆ ਦਿੰਦੇ।
ਜਿਸ ਨਾਲ ਜੀਵਨ ਵਿੱਚ ਜੀਣ ਦੀ ਚੰਗੀ ਜਾਚ ਆਉਂਦੀ ਤੇ ਸੁੱਖ ਮਿਲਦਾ। ਇੱਕ ਵਾਰ 1963 ਈਸਵੀ ਵਿੱਚ ਜਦ ਬੇਟਾ ਸੁਖਵਿੰਦਰ ਸਿੰਘ ਸਾਡੇ 3 ਕੁ ਸਾਲ ਦਾ ਸੀ, 3.5 ਸਾਲ ਦਾ ਸੀ, ਮੈਂ ਭੈਣੀ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਜਾਣਾ ਸੀ। ਲੁਧਿਆਣੇ ਚਾਚੀ ਹਰਬੰਸ ਕੌਰ ਚਾਨਾ ਜੀ ਰਹਿੰਦੇ ਸੀ। ਉਹਨਾਂ ਆਖਿਆ, ਮੈਂ ਵੀ ਤੇਰੇ ਨਾਲ ਭੈਣੀ ਸਾਹਿਬ ਚੱਲਾਂਗੀ, ਤੂੰ ਰਾਤ ਇੱਥੇ ਮੇਰੇ ਕੋਲ ਹੀ ਰਹੀ, ਸਵੇਰੇ ਭੈਣੀ ਸਾਹਿਬ ਚੱਲਾਂਗੇ। ਮੈਂ ਉੱਥੇ ਸ਼ਾਮ ਨੂੰ ਪਹੁੰਚੀ ਤਾਂ ਸਾਰੇ ਨਿਆਣੇ ਬਾਹਰ ਖੇਡਦੇ ਸੀ। ਸੁਖਵਿੰਦਰ ਵੀ ਉਹਨਾਂ ਨਾਲ ਖੇਡਣ ਚਲਾ ਗਿਆ, ਪਰ ਸਾਨੂੰ ਪਤਾ ਨਾ ਲੱਗਿਆ। ਇਹ ਸਾਰੀ ਰਾਤ ਨਾ ਸੌਵੇਂ ਅਤੇ ਰੋਈ ਜਾਵੇ। ਸਾਰੀ ਰਾਤ ਇਸ ਨਾਲ ਆਪ ਵੀ ਇਸੇ ਤਰ੍ਹਾਂ ਕੱਟੀ। ਸਵੇਰੇ ਚਾਚੀ ਜੀ ਆਖਣ ਲੱਗੇ, ਕਿੱਦਾਂ ਕਰਨੀ ਹੈ, ਇਹ ਤਾਂ ਸਾਰੀ ਰਾਤ ਠੀਕ ਹੀ ਨਹੀਂ ਰਿਹਾ। ਮੈਂ ਆਖਿਆ, ਜਲੰਧਰੋਂ ਭੈਣੀ ਸਾਹਿਬ ਜਾਣ ਲਈ ਆਈ ਹਾਂ, ਉੱਥੇ ਮੱਥਾ ਟੇਕ ਕੇ ਹੀ ਜਾਣਾ ਹੈ, ਇਸ ਨੂੰ ਇਸੇ ਤਰ੍ਹਾਂ ਲੈ ਜਾਂਦੀ ਹਾਂ, ਵੇਖੀ ਜਾਵੇਗੀ, ਜੋ ਸਤਿਗੁਰਾਂ ਨੂੰ ਮਨਜ਼ੂਰ ਹੋਵੇਗਾ ਉਹ ਹੀ ਹੋਣਾ ਹੈ। ਜਦ ਅਸੀਂ ਬੱਸ ਵਿੱਚ ਭੈਣੀ ਸਾਹਿਬ ਪਹੁੰਚੇ, ਬੇਟਾ ਉਸੇ ਤਰ੍ਹਾਂ ਰੋਈ ਜਾਵੇ, ਹੱਥਾਂ ਤੋਂ ਨਿਕਲਦਾ ਜਾਵੇ, ਤੜਫਦਾ ਵੇਖ ਨਾ ਹੋਵੇ, ਪਰ ਪਤਾ ਨਾ ਲੱਗੇ ਕਿ ਕਰੀਏ ਕੀ। ਅੱਗੋਂ ਪਹੁੰਚਦਿਆਂ ਹੀ ਮਾਤਾ ਜੀ ਦੇ ਦਰਸ਼ਨ ਹੋਏ। ਮਾਤਾ ਜੀ ਇੱਕ ਮੰਜੀ 'ਤੇ ਬੈਠੇ ਹੋਏ ਸਨ। ਨਮਸਕਾਰ ਕਰਦਿਆਂ ਹੀ ਮਾਤਾ ਜੀ ਬਚਨ ਕੀਤਾ, ਬੀਬੀ ਇਹ ਬੇਟਾ ਕਿਉਂ ਰੋਂਦਾ ਹੈ? ਦੱਸਿਆ ਮਾਤਾ ਜੀ, ਪਤਾ ਨਹੀਂ ਕਿਉਂ ਰਾਤ ਦਾ ਇਸੇ ਤਰ੍ਹਾਂ ਹੀ ਕਰੀ ਜਾ ਰਿਹਾ ਹੈ, ਸਮਝ ਨਹੀਂ ਆਉਂਦੀ। ਬਚਨ ਹੋਇਆ, ਇਹਨੂੰ ਮੈਨੂੰ ਫੜਾ। ਮੈਂ ਉਸ ਨੂੰ ਮਾਤਾ ਜੀ ਦੀ ਗੋਦ ਵਿੱਚ ਪਾ ਦਿੱਤਾ। ਮਾਤਾ ਜੀ ਝੱਟ ਬਚਨ ਕੀਤਾ, ਇਹ ਕੀ ਕਰੇ, ਇਸ ਦੇ ਤਾਂ ਸੱਪ ਦੀ ਫੂਕ ਲੱਗੀ ਹੋਈ ਹੈ, ਤੜਫੇ ਨਾ ਤੇ ਹੋਰ ਕੀ ਕਰੇ। ਝਟਪਟ ਮਾਤਾ ਜੀ ਨੇ ਇੱਕ ਸੰਤਾਂ ਨੂੰ ਬੁਲਾਇਆ, ਉਹਨਾਂ ਕੋਈ ਸ਼ਬਦ ਪੜ੍ਹਿਆ ਅਤੇ ਪੈਰ ਉੱਪਰ ਹੱਥ ਫੇਰਿਆ, ਕੁਝ ਲਗਾਇਆ, ਉਹ ਮੈਨੂੰ ਨਹੀਂ ਪਤਾ। ਬੇਟਾ ਉਸੇ ਵਕਤ ਚੁੱਪ ਕਰ ਗਿਆ। ਮਾਤਾ ਜੀ ਦੁੱਧ ਮੰਗਵਾ ਕੇ ਪਿਲਾਇਆ, ਉਸਨੇ ਪੀ ਲਿਆ। ਮਾਤਾ ਜੀ ਬਚਨ ਕੀਤਾ, ਲੈ ਫੜ, ਹੁਣ ਖੁਸ਼ ਹੈ। ਇਹ ਮਾਤਾ ਜੀ ਧੰਨ ਸਨ, ਜਿਹੜੇ ਵੇਖਦੇ ਹੀ ਦੁਖੀ ਦੇ ਦੁੱਖ ਜਾਣ ਜਾਂਦੇ ਸਨ, ਦੁਖੀਆਂ ਨੂੰ ਸੁੱਖ ਦੀਆਂ ਝੋਲੀਆਂ ਭਰ ਭਰ ਕੇ ਘਰਾਂ ਨੂੰ ਤੋਰੀ ਜਾਂਦੇ ਸਨ। ਧੰਨ 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 ਮਾਤਾ ਚੰਦ ਕੌਰ ਜੀ, ਧੰਨ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਇਹਨਾਂ ਦੇ ਚਰਨਾਂ 'ਤੇ ਸਾਡੀ ਅਨੇਕਾਂ ਵਾਰੀ ਡੰਡੌਤ ਬੰਦਨਾ ਹੈ।